ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੱਕ ਵਿੱਚ, ਤੇ ਸਾਰੇ ਹਰਿਆਣੇ 'ਚ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਕਿ 22 ਸਾਲ ਦੀ ਲੜਾਈ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲੀ ਹੈ। ਪਰ ਇਹ ਖੁਸ਼ੀ ਮੈਂ ਸਮਝਦਾ ਹਾਂ ਵੀ ਸੰਗਤ ਵਿੱਚ ਜ਼ਿਆਦਾ ਟਾਈਮ ਨਹੀਂ ਰਹੀ, ਕਿਉਂਕਿ ਸਰਕਾਰ ਨੇ ਗਲਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੀਐਮ ਸਾਹਿਬ ਨੇ ਮੈਨੂੰ ਜਦੋਂ ਕਮੇਟੀ ਗਠਿਤ ਕਰਨੀ ਸੀ, ਅੱਜ ਤੋਂ 15 ਦਿਨ ਪਹਿਲਾਂ ਸੀਐਮ ਹਾਊਸ ਬੁਲਾਇਆ ਅਤੇ ਮੈਨੂੰ ਕਹਿਣ ਲੱਗੇ ਕਿ ਮੈਂ ਕੁਝ ਲਿਸਟ ਤਿਆਰ ਕੀਤੀ ਹੈ, ਚਿੰਡਾ ਤੁਸੀਂ ਵਿਚਾਰ ਦਿਓ। ਉਹ ਅੰਬਾਲੇ ਤੋਂ ਸ਼ੁਰੂ ਹੋਏ, ਤਾਂ ਪਹਿਲਾ ਜਦੋਂ ਨਾਂ ਉਹਨਾਂ ਪੜ੍ਹਿਆ ਵੀ ਇਹ ਰੱਖਣਾ ਹੈ ਕਿ ਕੱਟਣਾ ਹੈ, ਅਤੇ ਮੈਂ ਸੀਐਮ ਸਾਹਿਬ ਅੱਗੇ ਹੱਥ ਜੋੜੇ ਕਿ ਸੀਐਮ ਸਾਹਿਬ ਇਹ ਜੁਰਮ ਮੇਥੋਂ ਨਾ ਕਰਾਓ ਵੀ ਕਿਹੜਾ ਨਾਂ ਕੱਟਣਾ ਹੈ ਅਤੇ ਕਿਹੜਾ ਰੱਖਣਾ ਹੈ, ਕਿਉਂਕਿ ਮੇਰੇ ਵਾਸਤੇ ਹਰਿਆਣੇ ਦਾ 15 ਲੱਖ ਸਿੱਖ ਬਰਾਬਰ ਹੈ। ਤੁਸੀਂ ਆਪਣੀ ਮਰਜ਼ੀ ਕਰੋ। ਮੈਂ ਆਖਿਆ ਇਹ ਕੰਮ ਮੇਰੇ ਨਾਲ ਹੁੱਡਾ ਸਾਹਿਬ ਵੀ ਕੀਤਾ। 2014 ਜਦੋਂ ਕਮੇਟੀ ਬਣੀ ਅਤੇ ਉਹਨਾਂ ਮੇਰੇ ਤੋਂ 41 ਮੈਂਬਰੀ ਲਿਸਟ ਮੰਗਾਈ, ਪਰ ਮੇਰੇ ਕੇਵਲ 12 ਮੈਂਬਰ ਹੀ ਉਹਨਾਂ ਪਾਏ। 6 ਨਲਜੀ ਸਾਹਿਬ ਦੇ ਪਾਏ, 12 ਮੈਂਬਰ ਉਹਨਾਂ ਮੇਰੇ ਪਾਏ, 13 ਮੈਂਬਰ ਮੇਰੇ ਪਾਏ ਅਤੇ 19 ਮੈਂਬਰ 21 ਮੈਂਬਰ ਸਰਕਾਰ ਨੇ ਆਪਣੀ ਮਰਜ਼ੀ ਦੇ ਪਾਏ। ਅਤੇ ਮੈਂ ਸਮਝਦਾ ਉਹ ਵੀ ਸਰਕਾਰੀ ਕਮੇਟੀ ਸੀ। ਮੈਂ ਉਸ ਟਾਈਮ ਹੁੱਡਾ ਸਾਹਿਬ ਨੂੰ ਵੀ ਉੱਠ ਕੇ ਟੁਰ ਗਿਆ ਬਾਹਰ ਰਣਦੀਪ ਦੀ ਕੋਠੀ 'ਚੋਂ। ਮੈਂ ਕਿਹਾ ਮੈਨੂੰ ਇਹ ਸਰਕਾਰੀ ਕਮੇਟੀ ਮਨਜ਼ੂਰ ਨਹੀਂ। ਸਿੱਖ ਸੰਗਤ ਦੀਆਂ ਸਹਿਮਾਨ ਦੀ ਲੜਾਈ ਲੜੀ ਹੈ, ਅਤੇ ਜਿਨ੍ਹਾਂ 14 ਲੜਾਈ ਲੜ ਕੇ ਕਮੇਟੀ ਬਣਾਈ ਹੋਵੇ ਜੇਲ੍ਹਾਂ 'ਚ ਗਏ ਹੋਣ, ਅਤੇ ਜਦ ਸਰਕਾਰ ਨੇ ਕਮੇਟੀ ਬਣਾਉਣੀ ਸੀ ਅਤੇ ਫਿਰ ਮੇਰਾ ਕੋਈ ਫਾਇਦਾ ਨਹੀਂ ਸੀ ਲਿਸਟ ਦੇਣ ਦਾ। ਮੇਰੇ ਸਾਥੀ ਮੈਨੂੰ 2 ਨਾਲ ਸਨ ਮੇਰੇ, ਉਹ ਕਹਿਣ ਲੱਗੇ ਝਿੰਡਾ ਕਮੇਟੀ ਬਣ ਦਿਓ, ਕੋਈ ਗੱਲ ਨਹੀਂ, ਇਹਨਾਂ ਸਾਡਾ ਬਿੱਲ ਪਾਸ ਕੀਤਾ ਹੈ ਅਤੇ ਚਲੋ ਸਰਕਾਰ ਦੇ ਕੁਝ ਬੰਦੇ ਪਾਉਣਾ ਚਾਹੁੰਦੇ ਨੇ ਅਤੇ ਪਾ ਲੈਣ ਦਿਓ। ਮੈਂ ਉਹਨਾਂ ਦੀ ਗੱਲ 'ਤੇ ਮੰਨ ਗਿਆ ਅਤੇ ਉਹ ਵੀ ਅੱਧੀ ਸਰਕਾਰੀ ਕਮੇਟੀ ਬਣੀ ਅਤੇ ਅੱਧੀ ਸੰਗਤ ਦੀ ਕਮੇਟੀ ਬਣੀ। ਮੈਂ ਕਿਹਾ ਸੀਐਮ ਸਾਹਿਬ ਤੁਸੀਂ ਕਰੋ, 41 ਦੇ 41 ਮੈਂਬਰ ਤੁਸੀਂ ਆਪ ਬਣਾਓ ਅਤੇ ਮੈਨੂੰ ਤੁਹਾਡੀ ਕਮੇਟੀ ਮਨਜ਼ੂਰ ਹੋਵੇਗੀ। ਸੀਐਮ ਸਾਹਿਬ ਮੇਰੀ ਭਾਵਨਾ ਨਹੀਂ ਸਮਝ ਸਕੇ। ਉਹਨਾਂ ਦਾ ਇੱਕ ਪਹਿਣਾ ਫਰਜ਼ ਬਣਦਾ ਸੀ ਬਈ ਝਿੰਡਾ ਸਾਹਿਬ ਅਸੀਂ ਤਾਂ ਜਦੋਂ ਬਿੱਲ ਪਾਸ ਹੋਇਆ ਸੀ 2014 ਵਿੱਚ, ਸਾਡੇ ਹੀ ਅਨਿਲ ਵਿੱਚ ਜਿਹੜੇ ਅੱਜ ਕੱਲ੍ਹ ਗ੍ਰਹਿ ਮੰਤਰੀ ਨੇ ਉਹਨਾਂ ਬਹਿਸ਼ਕਾਰ ਕੀਤਾ। 3 MLA ਅਨਿਲੋ ਦੇ ਸਨ, ਉਹਨਾਂ 2014 'ਚ ਬਹਿਸ਼ਕਾਰ ਕਰਕੇ ਬਾਹਰ ਨਿਕਲੇ ਵਿਧਾਨ ਸਭਾ 'ਚੋਂ। ਅਤੇ ਅਸੀਂ ਕਿਸ ਤਰ੍ਹਾਂ ਤੁਹਾਡੀ ਕਮੇਟੀ ਗਠਿਤ ਕਰ ਸਕਦੇ ਹਾਂ? ਇਹ ਸੰਗਤ ਦੀ ਕਮੇਟੀ ਹੈ ਅਤੇ ਤੁਸੀਂ ਜਿਹਨਾਂ ਸੰਘਰਸ਼ ਕੀਤਾ ਹੈ ਜਾਂ ਆਪਣੇ ਸੰਗਤ ਨਾਲ ਸਲਾਹ ਕਰਕੇ 41 ਮੈਂਬਰੀ ਬਣਾ ਕੇ ਲੈ ਆ ਅਤੇ ਅਸੀਂ ਉਹਦੇ 'ਤੇ ਮੋਹਰ ਲਾ ਦਿਆਂਗੇ। ਪਰ ਸੀਐਮ ਸਾਹਿਬ ਦੀ ਬੜੀ ਵੱਡੀ ਭੁੱਲ ਹੋਈ ਕਿ ਉਹਨਾਂ ਮੇਰੀਆਂ ਭਾਵਨਾਵਾਂ ਨਾ ਸਮਝਦੇ ਹੋਇਆਂ ਮੈਂ ਉੱਠ ਕੇ ਬਾਹਰ ਚਲਾ ਗਿਆ। ਮੈਨੂੰ ਕਹਿਣ ਲੱਗੇ ਵੀ ਤੂੰ ਸਾਨੂੰ ਨਾ ਦੇ ਜਾ ਅਤੇ ਅਸੀਂ ਜਿਗਰਾ ਨਹੀਂ ਕਰਾਂਗੇ। ਮੈਂ ਕਿਹਾ ਸੀਐਮ ਸਾਹਿਬ ਤੁਸੀਂ ਨਹੀਂ ਜਿਗਰਾ ਕਰੋਗੇ, ਮੇਰੇ ਨਾਲ 2 ਸਾਥੀ ਆਏ ਨੇ, ਇਹਨਾਂ ਬਾਹਰ ਨਿਕਲਦਿਆਂ ਸੀਐਮ ਹਾਊਸ 'ਚ ਕਹਿ ਦੇਣਾ ਬਈ ਝਿੰਡਾ ਨਾ ਕਟਾਇਆ ਅਤੇ ਆ ਪੁਆਇਆ ਅਤੇ ਮੇਰੀ ਇੱਕ ਵਾਰੀ ਹੋਰ ਕਾਲਾ ਮੂੰਹ ਨਾ ਕਰਾਓ ਸੰਗਤ ਵਿੱਚ, ਅਤੇ ਕਮੇਟੀ ਤੁਸੀਂ ਆਪ ਗਠਿਤ ਕਰੋ। ਚਲੋ ਅਸੀਂ ਬਾਹਰ ਆ ਗਏ। ਸੀਐਮ ਸਾਹਿਬ ਨੇ ਆਪਣੀ ਮਰਜ਼ੀ ਨਾਲ ਕਮੇਟੀ ਗਠਿਤ ਕਰ ਦਿੱਤੀ। ਹੁਣ ਸੰਗਤ ਵਿੱਚ ਜਦੋਂ ਇਹ ਕਮੇਟੀ ਗਠਿਤ ਹੋਈ, ਉਹਨੂੰ ਸੰਗਤ ਸਾਹਿਬ ਨੇ ਸੀਐਮ ਸਾਹਿਬ ਨੇ 13 ਨੂੰ ਇੰਟਰੋਡਿਊਸ ਮੀਟਿੰਗ ਰੱਖੀ ਚੰਡੀਗੜ੍ਹ ਸੀਐਮ ਹਾਊਸ। ਮੈਂ ਸੀਐਮ ਸਾਹਿਬ ਨੂੰ ਕਮੇਟੀ ਦੀ ਵਧਾਈ ਦੇਣ ਵਾਸਤੇ ਇੱਕ ਸ੍ਰੀ ਸਾਹਿਬ ਵੀ ਭੇਂਟ ਕੀਤਾ ਅਤੇ ਚਾਦਰ ਵੀ ਭੇਂਟ ਕੀਤੀ। ਹੁਣ ਉਸ ਤੋਂ ਬਾਅਦ 13 ਤਰੀਕ ਤੋਂ ਬਾਅਦ ਸੰਗਤ 'ਚ ਹੋਰ ਰੋਸ਼ ਵੱਧ ਗਿਆ ਅਤੇ ਹਰ ਜ਼ਿਲ੍ਹੇ 'ਚ ਮੇਰਾ ਵਿਰੋਧ ਸ਼ੁਰੂ ਹੋਣਾ ਹੋ ਗਿਆ। ਬਈ ਝਿੰਡਾ ਸਾਹਿਬ ਤੁਸੀਂ ਤਾਂ ਸਰਕਾਰ ਦੀ ਝੋਲੀਏ 'ਚ ਬਹਿ ਗਏ ਜਾ ਕੇ, ਅਤੇ ਸਾਡਾ ਕੀ ਬਣੇਗਾ? ਜਿਨ੍ਹਾਂ ਲਾਠੀਆਂ ਖਾਧੀਆਂ, ਜੇਲ੍ਹਾਂ 'ਚ ਗਏ, ਗੱਡੀਆਂ ਤੜਵਾਈਆਂ, ਕਰੋੜਾਂ ਦਾ ਨੁਕਸਾਨ ਕੀਤਾ, ਟਾਈਮ ਖਰਚ ਕੀਤਾ 14 ਸਾਲ, ਹੁਣ 22 ਸਾਲ ਹੋ ਗਏ ਨੇ ਸਾਨੂੰ ਇੰਤਜ਼ਾਮ ਕਰਦਿਆਂ, ਅਤੇ ਸਾਡਾ ਮਾਣ ਸਤਿਕਾਰ ਕਿੱਥੇ ਗਿਆ? ਜਾਂ ਤਾਂ ਤੁਸੀਂ ਅਸਤੀਫਾ ਦਿਓ ਅਤੇ ਜਾਂ ਫਿਰ ਸਰਕਾਰ ਦੇ ਨਾਲ ਮਿਲ ਕੇ ਚੱਲੋ। ਉਹਨਾਂ ਮੈਨੂੰ ਯਮੁਨਾ ਨਗਰ ਬੁਲਾਇਆ, ਯਮੁਨਾ ਨਗਰ ਦੀ ਸੰਗਤ ਨੇ, ਉਹਨਾਂ 2 ਟੋਕਿਆ ਬਈ ਝਿੰਡਾ ਸਾਹਿਬ ਸੰਗਤ ਨਾਲ ਰਹਿਣਾ ਜਾਂ ਸਰਕਾਰ ਨਾਲ ਰਹਿਣਾ। ਮੈਂ ਕਿਹਾ ਮੈਨੂੰ ਸੋਚਣ ਦਾ ਵਿਚਾਰ ਦਿਓ, ਟਾਈਮ 2 ਦਿਨ ਦਾ, ਮੈਂ ਸੀਐਮ ਸਾਹਿਬ ਨਾਲ ਸਲਾਹ ਕਰ ਲਾਂ, ਕਿਉਂਕਿ ਸੀਐਮ ਸਾਹਿਬ ਦੀ ਸਾਨੂੰ ਸਰਕਾਰ ਦੀ ਬੜੀ ਲੋੜ ਹੈ। ਹਲਕਾਬੰਦੀ ਵੀ ਹੋਣੀ ਹੈ ਅਤੇ ਵੋਟਾਂ ਵੀ ਸਰਕਾਰ ਨੇ ਬਣਾਉਣੀਆਂ ਨੇ, ਜਿਹਦੇ ਲੱਖਾਂ ਰੁਪਈਏ ਖਰਚ ਹੋਣਾ ਹੈ। ਅਤੇ ਮੈਂ ਕਿਹਾ ਮੈਨੂੰ ਸਲਾਹ ਕਰ ਲੈਣ ਦਿਓ। ਉਹ ਕਹਿਣ ਲੱਗੇ ਬਣ ਜਾਏਗਾ, ਕੋਈ ਗੱਲ ਨਹੀਂ। ਅਸੀਂ ਤਾਂ 2 ਟੋਕੇ ਕੀ ਗੱਲ ਪੁੱਛਦੇ ਹਾਂ ਵੀ ਸੰਗਤ ਨਾਲ ਖੜਾ ਹੈ ਕਿ ਸਰਕਾਰ ਨਾਲ ਖੜਾ ਹੈ। ਅਤੇ ਉਸ ਟਾਈਮ ਮੈਂ ਸੰਗਤ ਨੂੰ ਚੁਣਿਆ ਅਤੇ ਯਮੁਨਾ ਨਗਰ ਪ੍ਰੈਸ ਕਾਨਫਰੰਸ ਕਰਕੇ ਮੈਂ ਆਪਣਾ ਅਸਤੀਫਾ ਦੇ ਦਿੱਤਾ ਉਸ ਕਮੇਟੀ ਤੋਂ ਜਿਹੜੀ ਸੀਐਮ ਸਾਹਿਬ ਨੇ ਬਣਾਈ ਸੀ। ਹੁਣ ਉਸ ਸੰਗਤ ਦੇ ਨਾਲ ਮੈਂ ਖੜਾ ਹਾਂ। ਇਸੇ ਕਰਕੇ ਮੈਂ ਹੁਣ ਫੈਸਲਾ ਕੀਤਾ ਹੈ
भी कमेटी उन्होंने गठित कर दी, प्रधान भी चुन लिया, सारी प्रक्रिया पूरी हो गई, पर मैं ना तो उस मीटिंग गया जिस दिन DC कुरुक्षेत्र से मीटिंग हुई, क्योंकि मैं इस्तीफा दे चुका हाँ। चलो वो कमेटी बन गई, एग्जैक्टिव बॉडी बन गई, प्रधान साहब भी साढ़े बन गए। हुण फिर मैं संगत दे जाना शुरू किया, मैं फैसला किया भी संगत की किहड़ी रह ली जाए। मैं आ 6वें जिले च अज आया वहाँ सरसे दे विच। 30 तरीक तक मैं सारे जिले कवर करने ने, इदों बाद 2 जिले मैं कवर करने शुरू कराँगा, तो जिहड़ी मैनूं संगत रह देगी वो संगत की रह लैके तो फिर मैं 1 तरीक को अकाल तख्त साहब जावाँगा। 31 तरीक को मैं इंटैलेक्चुअल लोगों की तो बुद्धिजीवी लोगों सारिਆਂ ਦੀ कुरुक्षेत्र एक सैमीनार रखा है, जिहदे हरियाणे तो चंडीगढ़ के बुद्धिजीवी लोग आउणगे तो वो भी अपनी राय देणगे। वो राय संगत की राय तो बुद्धिजीवियों की राय लैके मैं 1 तरीक को अकाल तख्त साहब जावाँगा तो अकाल तख्त साहब नूं सारी रिपोर्ट देवांगा, क्योंकि कुछ दिन पहलों मैं ਗਿਆਨੀ हरप्रीत सिंह अकाल तख्त के जथेदार दमदा साहब मिलिया सां तो उन्होंने मैनूं ये राय दी सी, बच्ची साहब जल्दी करने की कोई लोड़ नहीं, तू संगत दे जा, संगत नाल राय कर, तो संगत की राय करन तो बाद फिर मैनूं आण के दस भी इहदा हल की आपां कर सकते हैं। आपां 1 तरीक जावांगे। इस करके मैं 31 तरीक का सरकार नूं टाइम दिता है, अल्टीमेटम दिता है, या तो सरकार 15 लाख हरियाणे के सिख ने उन्होंने ये नवीं बनी 38 मैंबरी कमेटी संतुष्ट कर ले, जो नहीं कर सकते तो फिर 1 तरीक नूं असी अपनी जिहड़ी संगत की राय होगी अकाल तख्त साहब के नाल मिल के कोई ना कोई अगला सिस्टम, अगली रणनीति तैयार करांगे। मैं CM साहब नूं इहदे विच होर राय दी, हर मीडिया राही दे रहा, फोन नहीं रही, मीडिया राही मैं दे रहा वां कि CM साहब जे तुसीं 15 लाख सिख इकट्ठे नहीं कर सकते, 100-150 सिखां की मैनूं परमिशन दिओ, मैं 15 लाख चों 150 या 100 नुमाइंदे भेज देंगा चंडीगढ़ तुहाडे कोल, तुसीं वो 100-150 संतुष्ट कर लो इस कमेटी ते, तो मैं भी संतुष्ट हो जाऊँगा। मैं संगत नाल खड़ा, मैं सरकार नाल नहीं खड़ा। ऐसा जी, जो हमने लड़ाई लड़ी, 14 वर्ष तक संघर्ष किया और 8 साल तक सुप्रीम कोर्ट में केस करते रहे, संगत का बहुत रुपया पैसा खर्च हुआ, नुकसान भी हुआ, जेलों में भी गए, सारा कुछ। ये लड़ाई हमने मान सम्मान सिखों के लिए लड़ी थी, उनका सम्मान बनाने के लिए लड़ी थी। नहीं तो फिर श्रोमणी कमेटी में तो हम बैठे थे। श्रोमणी कमेटी से हरियाणा गुरुद्वारा प्रबंधक कमेटी का अलग होने का एक ही मकसद था कि वो हरियाणा को मान सम्मान नहीं दे रहे थे, हरियाणा के साथ भेदभावपूर्ण नीति अपना रहे थे। इसी वजह से हरियाणा गुरुद्वारा प्रबंधक कमेटी का जन्म हुआ। यदि वो हाल हरियाणा में भी होना है, सिखों को पूछा नहीं जाना, अपनी मनमर्जी करनी है, तो वो फिर अकाल तख्त साहब श्रोमणी गुरुद्वारा प्रबंधक कमेटी कर ही रही थी, तो फिर हम वहीं रहते। क्यों हमने इतना 22 साल खराब किए संगत के और खुद खराब हुए? भेदभाव ये हो रहा है कि जिन लोगों ने लड़ाई लड़ी 22 साल तक, वो तो केवल 4 लोग लिए गए इस कमेटी में, केवल 4, जो 8 CM साहब ने खुद माना 13 तारीख को भी ये सरकारी कमेटी है और सरकार द्वारा बनाई गई है। तो आप एकजुटता होकर एक प्रधान चुनना, वो CM साहब की लोग बात मान गए, उन्होंने एक प्रधान चुन लिया, मगर संगत तो संतुष्ट नहीं हो रही। संगत कहती है भाई जिंदा साहब जी, हमने तो अपने मान सम्मान की लड़ाई लड़ी है, हमारा मान सम्मान कहाँ गया? यदि उन लोगों ने आगे आना था, जब मैंने 13 तारीख को उनकी शक्लें देखी तो मैं हैरान रह गया। वो मेरे सामने वो लोग आए जो मुझे गालियाँ निकालते थे, पंथ का गद्दार कहते थे, सिख कौम का गद्दार करते थे और कांग्रेस का एजेंट कहते थे। वो लोग आज हरियाणा गुरुद्वारा प्रबंधक कमेटी के मेंबर बने हों तो फिर हमारी संगत कैसे बर्दाश्त कर सकती?